ਦੇ ਮੁਲਾਜ਼ਮਾਂ ਨੂੰ ਸਿੱਧੀ ਚੇਤਾਵਨੀ, ਬੋਲੇ ਜੇ ਹੜਤਾਲ ਤੇ ਗਏ ਤਾਂ ਹੋਵੇਗੀ ਅਪਰਾਧਿਕ ਕਾਰਵਾਈ, ਐਸਮਾ ਲਗਾਉਣ ਦੇ ਦਿੱਤੇ ਹੁਕਮ। सीएम ਦੀ ਵਾਰਨਿੰਗ ਤੇ ਕਰਮਚਾਰੀ ਯੂਨੀਅਨ ਸਖਤ, ਬੋਲੇ ਧਮਕੀਆਂ ਦੇਣ ਦੀ ਥਾਂ ਤੇ ਸਾਡੇ ਨਾਲ ਗੱਲਬਾਤ ਕਰਨ ਸੀਐਮ, ਜੇ ਡਰਾਉਣਗੇ ਤਾਂ ਹੋਵੇਗੀ ਹੜਤਾਲ, ਨੌਕਰੀਆਂ ਤੋਂ ਕੱਢਿਆ ਤਾਂ ਸੜਕਾਂ ਤੇ ਆਵੇਗਾ ਸਾਰਾ ਪੰਜਾਬ। ਇੰਡੀਆ ਗਠਜੋੜ ਨੇ ਅਕਾਲੀ ਦਲ ਦੇ ਨਾਲ ਕੀਤਾ ਸੰਪਰਕ, ਅਲਾਇੰਸ ਦੇ ਵਿੱਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ, ਭੂੰਦੜ ਨੇ ਮੰਨੀ ਅਪਰੋਚ ਦੀ ਗੱਲ ਤਾਂ ਚੰਦੂਮਾਜਰਾ ਨੇ ਨਕਾਰਿਆ, ਬੋਲੇ ਕਿਸੇ ਵੀ ਕੀਮਤ ਤੇ ਨਹੀਂ ਬਣਾਂਗੇ ਅਲਾਇੰਸ ਦਾ ਹਿੱਸਾ। ਅਕਾਲੀ ਦਲ ਨੂੰ ਇੰਡੀਆ ਤੋਂ ਆਫਰ ਮਿਲਣ ਤੇ ਪੰਜਾਬ ਦੇ ਵਿੱਚ ਪੱਖੀ ਸਿਆਸਤ, ਵੜਿੰਗ ਬੋਲੇ ਸ਼੍ਰੋਮਣੀ ਅਕਾਲੀ ਦਲ ਫੈਲਾ ਰਹੀ ਹੈ ਝੂਠੀਆਂ ਖਬਰਾਂ, ਇਹਨਾਂ ਦੇ ਨਾਲ ਕਦੇ ਵੀ ਨਹੀਂ ਹੋ ਸਕਦਾ ਗੱਠਜੋੜ, ਤਾਂ ਬੀਜੇਪੀ ਬੋਲੀ ਬਾਦਲ ਸਾਹਿਬ ਦੀ ਆਖਰੀ ਉਮੀਦ ਵੀ ਕਰ ਦੇਣਗੇ ਖਤਮ। ਪੰਜਾਬ ਦੇ ਵਿੱਚ ਬੀਐਸਪੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਤੇ ਮੰਡਰਾਇਆ ਸੰਕਟ, ਬੀਐਸਪੀ ਸੁਪਰੀਮੋ ਮਾਇਆਵਤੀ ਨੇ ਇਕੱਲੇ ਲੋਕ ਸਭਾ ਚੋਣ ਲੜਨ ਦਾ ਕੀਤਾ ਐਲਾਨ, ਬੋਲੇ ਨਾ ਐਨਡੀਏ ਤੇ ਨਾ ਹੀ ਇੰਡੀਆ ਗੱਠਜੋੜ ਦਾ ਬਣਾਂਗੇ ਹਿੱਸਾ, ਹੁਣ ਅਕਾਲੀ ਲੀਡਰਸ਼ਿਪ ਤੇ ਟਿਕਿਆ ਨਾ ਸੀ। ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਪਹਿਲਾਂ ਆਪ ਦਾ ਵੱਡਾ ਬਿਆਨ, ਪਾਰਟੀ ਸਪੋਕਸਪਰਸਨ ਪ੍ਰਿਯੰਕਾ ਕੱਕੜ ਬੋਲੇ ਅਰਵਿੰਦ ਕੇਜਰੀਵਾਲ ਹੋਣ ਪ੍ਰਧਾਨ ਮੰਤਰੀ ਉਮੀਦਵਾਰ। ਦਸੂਹਾ ਦੇ ਐਸਐਚਓ ਤੇ ਵਕੀਲ ਨੇ ਲਗਾਏ ਝੂਠਾ ਪਰਚਾ ਪਾ ਕੇ ਤੰਗ ਕਰਨ ਦੇ ਇਲਜ਼ਾਮ, ਐਸਐਚਓ ਦੀ ਧਮਕੀ ਭਰੀ ਕਾਲ ਰਿਕਾਰਡਿੰਗ ਵੀ ਆਈ ਸਾਹਮਣੇ, ਬੀਤੇ ਦਿਨ ਵੀ 20,000 ਰੁਪਏ ਦੀ ਰਿਸ਼ਵਤ ਲੈਂਦੇ ਵਿਜੀਲੈਂਸ ਨੇ ਐਸਐਚਓ ਨੂੰ ਕੀਤਾ ਸੀ ਕਾਬੂ। ਮੋੜ ਬੰਦ ਹੋਇਆ ਮੰਡੀ ਕੁੱਲੂ ਨੈਸ਼ਨਲ ਹਾਈਵੇ, ਮੰਡੀ ਦੀ ਚਲੋਗੀ ਟਨਲ ਦੇ ਨੇੜੇ ਹੋਇਆ ਲੈਂਡਸਲਾਈਡ, ਆਵਾਜਾਈ ਪ੍ਰਭਾਵਿਤ। ਸਤਿ ਸ਼੍ਰੀ ਅਕਾਲ, ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਤਾਂ ਸ਼ੁਰੂਆਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਨੂੰ ਇੰਡੀਆ ਦੇ ਸੱਦੇ ਤੇ ਪੰਜਾਬ ਦੇ ਵਿੱਚ ਸਿਆਸਤ ਪੱਕ ਗਈ ਹੈ, ਤਾਂ ਕਾਂਗਰਸ ਤੇ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਹੈ। ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਦੇ ਵੀ ਗੱਠਜੋੜ ਨਹੀਂ ਕਰ ਸਕਦੇ, ਇਹ ਰਾਜਾ ਵੜਿੰਗ ਦਾ ਕਹਿਣਾ ਹੈ। ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ, ਇਹ ਵੀ ਵੜਿੰਗ ਨੇ ਕਿਹਾ ਹੈ। ਆਪਣਾ ਵਜੂਦ ਗਵਾ ਚੁੱਕਿਆ ਹੈ ਅਕਾਲੀ ਦਲ, ਬੀਜੇਪੀ ਦੇ ਅੱਗੇ ਆਪਣਾ ਮੁੱਲ ਵਧਾਉਣ ਦੀ ਕੋਸ਼ਿਸ਼ ਦੇ ਵਿੱਚ ਹੈ, ਇਹ ਵੀ ਉਹਨਾਂ ਨੇ ਕਿਹਾ ਹੈ। ਤਾਂ ਇੰਡੀਆ ਦਾ ਨਾਂ ਵਰਤ ਕੇ ਸਿਆਸੀ ਜ਼ਮੀਨ ਤਲਾਸ਼ੀ ਜਾ ਰਹੀ ਹੈ। ਬੀਜੇਪੀ ਨੇ ਵੀ ਹਮਲਾ ਸਾਧਿਆ ਹੈ, ਉਹਨਾਂ ਕਿਹਾ ਕਿ ਬਾਦਲ ਸਾਹਿਬ ਦੀ ਆਖਰੀ ਉਮੀਦ ਵੀ ਖਤਮ ਕਰ ਦੇਣਗੇ। ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਕਾਂਗਰਸ ਦੇ ਖਿਲਾਫ ਜੰਗ ਲੜੀ ਹੈ, ਤਾਂ ਮਨਜਿੰਦਰ ਸਿਰਸਾ ਨੇ ਕਿਹਾ ਹੈ। ਤਾਂ ਦੱਸ ਦਈਏ ਕਿ ਤਿੱਖਾ ਵਾਰ ਪਲਟਵਾਰ ਸ਼ੁਰੂ ਹੋ ਗਿਆ, ਟਵੀਟ ਕੀਤਾ ਰਾਜਾ ਵੜਿੰਗ ਨੇ ਔਰ ਲਿਖਿਆ ਹੈ, ਅਸੀਂ ਅਕਾਲੀ ਦਲ ਦੇ ਨਾਲ ਕਦੇ ਵੀ ਗੱਠਜੋੜ ਨਹੀਂ ਕਰ ਸਕਦੇ ਔਰ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਆਪਣਾ ਮੁੱਲ ਵਧਾਉਣ ਦੇ ਲਈ ਝੂਠੀਆਂ ਖਬਰਾਂ ਫੈਲਾ ਰਹੇ ਨੇ। ਆਪਣਾ ਵਜੂਦ ਗਵਾ ਚੁੱਕਾ ਅਕਾਲੀ ਦਲ ਹੁਣ ਇੰਡੀਆ ਗੱਠਜੋੜ ਦਾ ਨਾਮ ਵਰਤ ਕੇ ਸਿਆਸੀ ਜ਼ਮੀਨ ਤਲਾਸ਼ ਰਿਹਾ ਹੈ। ਤਾਂ ਇਹ ਸਿੱਧੇ ਤੌਰ ਤੇ ਰਾਜਾ ਵੜਿੰਗ ਦੇ ਵੱਲੋਂ ਸਵਾਲ ਖੜੇ ਕੀਤੇ ਗਏ, ਕਹਿ ਲਈਏ ਕਿ ਪਲਟਵਾਰ ਕੀਤਾ ਗਿਆ ਹੈ। दल को निमंत्रण, जिस तरीके से टीम इंडिया जो विपक्षी दलों का एकजुटता दिखने को मिल रही है, मुंबई में बैठक है, श्रोमणी अकाली दल अगर इस निमंत्रण को स्वीकार करती है तो इसका हम राजनीतिक क्या स्वरूप देखें? माफ़ करना, क्योंकि मैं उस पार्टी में काम किया है तो मैं ये बात कहने को मजबूर हूँ। शोले पिक्चर का एक डायलॉग था, चलो ये बाबूजी की आखिरी इच्छा थी, ये बाबूजी की आखिरी एक उम्मीद थी, ये भी आपने खत्म कर दी। सरदार प्रकाश सिंह बादल जी की ये कसर रहेगी होगी, चलो ये भी पूरी कर देंगे, यही कह सकते हैं। कभी को कल्पना कर सकता है कांग्रेस के गले जाकर जिस लड़ाई के लिए सरदार प्रकाश सिंह बादल ने अपनी जिंदगी लगा दी, एक ही मकसद रहा है, तो बाबूजी की जो आखिरी उम्मीद थी वो भी खत्म करेंगे, बस मैं यही कह सकता हूँ कि श्रोमणी अकाली दल को निमंत्रण दिया गया है। ਤਾਂ ਨਿਊਜ਼ 18 ਨੇ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਬਲਵਿੰਦਰ ਸਿੰਘ ਭੁੰਦਰ ਦੇ ਨਾਲ। न्यूज़ 18 से जुड़े ने गलबात कर लेने। भुंदर साहब, क्योंकि INDA इंडिया फ्रंट बनया हुआ है, जानकारी ये मिल रही है कि अकाली दल के नाल भी संपर्क साधा गया इंडिया फ्रंट के कुछ मैंबरों के वलों, JDU के वलों कि शामिल जिहड़ा वा अकाली दल INDA दे विच होवे, क्योंकि इनैलो वलों भी हामी भर दी गई है चौटाला वलों। ਤੇ ਪੰਕਜ ਜੀ, ਜਿਹੜਾ ਕਾਂਗਰਸ ਤੇ ਆਪ ਪਾਰਟੀ ਨੂੰ ਛੱਡ ਕੇ ਜਿਹੜਾ ਅੱਜ ਫਰੰਟ ਬਣ ਰਿਹਾ ਹੁਣ ਇੰਡੀਆ ਜੀ ਤੇ ਸ਼ਾਮਲ ਹੋ ਰਹੇ ਨੇ, जी ਪਹਿਲੇ ਤਾਂ ਸਾਰੇ ਉਹੀ ਸਾਥੀ ਹੈ ਜਿਹੜੇ ਅਸੀਂ ਕਿਸੇ ਵੇਲੇ ਸਾਰੇ
ਜੀ ਇਸ ਕਰਕੇ ਅਪਰੋਚ ਤਾਂ ਕਰਦੇ ਨੇ, ਲੇਕਿਨ ਅਸੀਂ ਆਪਣੇ ਲੈਵਲ ਤੇ ਸੋਚ ਰਹੇ ਹਾਂ ਜੇ ਕਿਸ ਤਰ੍ਹਾਂ ਦਾ ਅਸੀਂ ਪੰਜਾਬ ਬਚਾਓ ਫਰੰਟ ਚਾਹੁੰਦੇ ਆ ਤੇ ਪੰਜਾਬ ਦਾ ਭਲਾ ਹੋਵੇ। ਸਾਡਾ ਕੁਛ ਜਿਹੜੇ ਇਹ ਫਰੰਟ ਦੇ ਵਿੱਚ ਬੰਦੇ ਕੁਛ ਸ਼ਾਮਲ ਨੇ, ਸਾਡੇ ਕੁਛ ਇਸ ਤਰ੍ਹਾਂ ਦੇ ਰਿਜ਼ਰਵੇਸ਼ਨ ਨੇ, ਉਹ ਸਾਰੇ ਹਾਲਾਤ ਨੂੰ ਜੇ ਅਸੀਂ ਬਾਤ ਕਰ ਰਹੇ ਹਾਂ। ਜੇਡੀਯੂ ਵੱਲੋਂ ਨਿਤਿਸ਼ ਕੁਮਾਰ ਵੱਲੋਂ ਫੋਨ ਆਇਆ ਸੀ, ਉਹਨਾਂ ਨੇ ਸੱਦਾ ਪੱਤਰ ਦਿੱਤਾ ਹੈ। ਮੈਂ ਪਰਸਨਲੀ ਕੋਈ ਨਾਂ ਨਹੀਂ ਲਵਾਂਗਾ, ਲੇਕਿਨ ਅਪਰੋਚ ਹੋ ਰਿਹਾ, ਅਪਰੋਚ ਜ਼ਰੂਰ ਹੋਇਆ, ਅਪਰੋਚ ਕਰ ਰਹੇ ਆ। ਤੇ ਅਕਾਲੀ ਦਲ ਨੂੰ ਕੀ ਲੱਗਦਾ ਹੈ, ਕਿਉਂਕਿ ਇੱਕ ਪਾਸੇ ਐਨਡੀਏ ਹੈ, ਐਨਡੀਏ ਤੋਂ ਤੁਸੀਂ ਵੱਖਰੇ ਹੋ ਚੁੱਕੇ ਹੋ, ਦੂਜੇ ਪਾਸੇ ਆਈਐਨਡੀਏ ਹੈ, ਤੁਹਾਨੂੰ ਕੀ ਲੱਗਦਾ ਅਕਾਲੀ ਦਲ ਕਿੱਥੇ ਖੜਾ ਹੈ? ਅਕਾਲੀ ਦਲ ਇੱਕ ਰੀਜਨਲ ਪਾਰਟੀ ਹੈ ਜਿਹਦਾ 103 ਸਾਲ ਦਾ ਇਤਿਹਾਸ ਹੈ। ਇਹ ਹਮੇਸ਼ਾ ਹੀ ਆਪਣੇ ਦਮ ਤੇ ਲੜਦਾ ਰਿਹਾ, ਇੱਕ ਮਿਨੋਰਟੀ ਦੀ ਪਾਰਟੀ ਹੈ। ਇਸ ਕਰਕੇ ਸਾਡੀ ਬੜੀ ਵੱਡੀ ਸਾਡੇ ਕੋਲ ਪਾਵਰ ਹੈ, ਮਿਨੋਰਟੀਜ਼ ਹੈਗੀਆਂ। ਪੰਜਾਬ ਬਚਾਓ ਫਰੰਟ ਤੇ ਕਿੰਨੇ ਹੋਰ ਸ਼ਾਮਲ ਹੋ ਸਕਦੇ ਆ ਲੋਕ, ਤੇ ਹੋਰ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਇਹਨਾਂ ਤੋਂ ਇਲਾਵਾ ਸਾਡੇ ਨਾਲ ਸ਼ਾਮਲ ਹੋ ਸਕਦੀਆਂ। ਇਸ ਕਰਕੇ ਅਸੀਂ ਬੜਾ ਸਾਡੇ ਕੋਲ ਸਕੋਪ ਹੈ ਬਹੁਤ ਚੀਜ਼ਾਂ ਦਾ, ਵੀ ਅਸੀਂ ਪੰਜਾਬ ਨੂੰ ਤੇ ਮਿਨੋਰਟੀ ਦੀ ਰਾਖੀ ਵਾਸਤੇ ਲੜਨਾ, ਫੈਡਰੇਸ਼ਨ ਵਾਸਤੇ ਲੜਨਾ, ਜਿਹੜੇ ਵਾਸਤੇ ਸ਼ੁਰੂ ਤੋਂ ਲੜਦੇ ਆ ਰਹੇ ਆ ਜੀ। ਇਸ ਕਰਕੇ ਇਹਨਾਂ ਚ ਉਹ ਲੋਕ ਜਿਹੜੇ ਇਹਨਾਂ ਚੀਜ਼ਾਂ ਦੇ ਅਗੇਂਸਟ ਵੀ ਨੇ ਜੀ, ਕਿਉਂਕਿ ਇੰਡੀਆ ਦੇ ਵਿੱਚ ਆਈਐਨਡੀਏ ਜਿਹੜਾ ਫਰੰਟ ਹੈ ਉਸ ਦੇ ਵਿੱਚ ਇੰਡੀਆ ਦੇ ਵਿੱਚ ਆਮ ਆਦਮੀ ਪਾਰਟੀ ਹੈ ਤੇ ਕਾਂਗਰਸ ਹੈ। ਲੱਗਦਾ ਹੈ ਕਿ ਇਸ ਦੇ ਵਿੱਚ ਅਕਾਲੀ ਦਲ ਫਿੱਟ ਬੈਠਦਾ? ਜਿਹੜਾ ਇਹੀ ਰਿਜ਼ਰਵੇਸ਼ਨ ਹੈ ਕਿ ਕਾਂਗਰਸ ਤੇ ਜਿੱਥੇ ਆਪ ਹੈ ਉੱਥੇ ਅਸੀਂ ਕਿਸ ਤਰ੍ਹਾਂ ਫਿੱਟ ਬੈਠਾਂਗੇ, ਇਹੀ ਸਾਡੀਆਂ ਰਿਜ਼ਰਵੇਸ਼ਨ ਜੀ। ਜੀ ਤੁਹਾਡੀ ਆਵਾਜ਼ ਘੱਟ ਗਈ ਸੀ, ਕੀ ਕਹਿ ਰਹੇ ਭੁਪਿੰਦਰ ਸਾਹਿਬ? ਮੈਂ ਕਹਿਣਾ ਕਿ ਸਾਡੀਆਂ ਇਹੀ ਰਿਜ਼ਰਵੇਸ਼ਨ ਨੇ ਜੀ ਕਿ ਅਸੀਂ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਇਸ ਫਿੱਟਲੀ ਬਹਿ ਸਕਦੇ। ਇਹ ਅਸੀਂ ਸੋਚਦੇ ਕਿ ਕੀ ਹਾਲਾਤ ਬਣ ਰਹੇ ਨੇ। ਅਸੀਂ ਮਿਨੋਰਟੀ ਦੀ ਰਾਖੀ ਕਰਨੀ ਹੈ, ਫੈਡਰੇਸ਼ਨ ਦੀ ਕਰਨੀ ਹੈ, ਔਰ ਪੰਜਾਬ ਨੂੰ ਬਚਾਉਣ ਦੀ ਕਰਨੀ, ਜਿਹੜਾ ਸਾਡਾ ਬੇਸ ਹੈ ਜੀ। ਇਸ ਕਰਕੇ ਸਾਡੀਆਂ ਆਪਣੀਆਂ ਜਿਹੜੀਆਂ ਹੈਗੇ ਆ ਪੁਆਇੰਟ ਹੈ ਜਿਹਨਾਂ ਤੇ ਅਸੀਂ ਵਰਕ ਕਰਦੇ ਹਾਂ, ਜਿਹਨਾਂ ਤੇ ਵਰਕ ਕਰਦੇ ਰਹਿਣਾ ਹੈ ਜੀ। ਸੋ ਸਾਡਾ ਕੋਈ ਰਾਜ ਭਾਗ ਕਰਨਾ ਟੀਚਾ ਨਹੀਂ ਮਿੰਟ ਕਰਾਉਣਾ। ਸਾਡਾ ਇੱਕ ਲੰਬੀ ਲੜਾਈ ਹੈ ਜਿਹੜੀ ਖੁਦ 300 ਸਾਲ ਤੋਂ ਲੜਦੇ ਆ ਰਹੇ ਹਾਂ, ਅਸੀਂ ਉਹ ਤੇ ਕੰਮ ਕਰਨਾ ਹੈ। ਸੋ ਇਸ ਹਾਲਾਤ ਨੂੰ ਦੇਖ ਕੇ ਕੀ ਹੁੰਦਾ, ਅੱਜ ਇਹ ਵੀ ਨਹੀਂ ਕਿ ਫਰੰਟ ਵੀ ਸਿਰੇ ਚੜੂ ਕਰਾ ਚੜੂ, ਹਾਲਾਤ ਬਿਆਨ ਤੁਸੀਂ ਦੇਖੀ ਜਾਂਦੇ ਜੀ। ਉਧਰ ਦੂਜੇ ਪਾਸੇ ਬੀਜੇਪੀ ਆ, ਉਹਦੇ ਵੀ ਇੰਨੀਆਂ ਗਲਤੀਆਂ ਕਰਤੀਆਂ ਕਿ ਉਹ ਵੀ ਸਾਡਾ ਨੁਕਸਾਨ ਕਰੀ ਜਾ ਰਹੀ ਹੈ ਬਣਾਉਟੀ ਜੀ। ਉਹ ਸਾਰੀਆਂ ਚੀਜ਼ਾਂ ਅਸੀਂ ਦੇਖ ਰਹੇ ਹਾਂ। ਉਦੋਂ ਮੁਲਕ ਦੇ ਵਿੱਚ ਮਤਲਬ ਸਿੱਖ ਸਮਾਜ ਨੂੰ ਕਹਿ ਲਓ, ਸਿੱਖ ਸਮਾਜ ਦੀ ਪ੍ਰਤੀਨਿਧਤਾ ਸ਼੍ਰੋਮਣੀ ਅਕਾਲੀ ਦਲ ਕਰਦਾ, ਤੇ ਉਦੋਂ ਇੰਨਾ ਬਦਨਾਮ ਕੀਤਾ ਗਿਆ ਸੀ ਵੀ ਦੇਸ਼ ਖੁਦ ਦੀ ਮਤਲਬ ਬੜੇ ਡਰਾਉਣੇ ਭਿਆਨਕ ਬਣਾ ਕੇ, ਮਤਲਬ ਉਸ ਸਮੇਂ ਜਿਹੜੀ ਕਾਂਗਰਸ ਦਾ ਰਾਜ ਰਿਹਾ ਸੀ ਉਹਨੇ ਲਗਾਤਾਰ ਸਿੱਖਾਂ ਨੂੰ ਬਦਨਾਮ ਕੀਤਾ ਸੀ। ਇਸ ਕਰਕੇ ਸਭ ਤੋਂ ਵੱਡੀ ਗੱਲ ਇਹ ਸੀ ਵੀ ਉਦੋਂ ਜਿਹੜਾ ਆਪਸੀ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਲੋਕਾਂ ਨੂੰ ਜੁੰਡੋ ਜੁੰਡੀ ਕਰਾਇਆ ਗਿਆ ਸੀ, ਉਹ ਲੋੜ ਸੀ ਇਸ ਸਮੇਂ ਦੇਸ਼ ਦੇ ਵਿੱਚ ਇੱਕ ਸਦਭਾਵਨਾ ਦਾ ਮਾਹੌਲ ਬਣਾਉਣ ਦੀ, ਭਾਈਚਾਰਕ ਮਾਹੌਲ ਬਣਾਉਣ ਦੀ, ਔਰ ਸਿੱਖਾਂ ਦੀ ਜਿਹੜੀ ਅਸਲੀ ਪਹਿਚਾਣ ਆ ਸਰਬੱਤ ਦੇ ਭਲੇ ਦੀ, ਮਾਨਸ ਕੀ ਜਾ ਸਵੇ ਕਿ ਪਹਿਚਾਣ ਉਹ ਤੇ ਚੱਲਣ ਦੀ, ਉਹਦੇ ਤੇ ਚਲਾਉਣ ਦੀ। तो उस समय ਤੇ ਦੂਜੀ ਗੱਲ ਇਹ ਵੀ ਸੀ ਵੀ ਕਾਂਗਰਸ ਰਾਜ ਦੇ ਵਿੱਚ ਬਹੁਤ ਜ਼ਿਆਦੀਆਂ ਹੋਈਆਂ ਸੀ, ਜਿਵੇਂ ਸਾਡੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਤੋੜਿਆ ਸੀ, ਐਮਰਜੈਂਸੀ ਲੱਗੀ ਸੀ, ਮਤਲਬ ਮਾਨਵੀ ਹੱਕਾਂ ਦਾ ਘਾਣ ਹੋਇਆ ਸੀ। ਉਸ ਸਮੇਂ ਕਾਂਗਰਸ ਇੱਕ ਬੜੀ ਵੱਡੀ ਚੁਣੌਤੀ ਸੀ ਮੁਲਕ ਦੇ ਅੱਗੇ, ਉਹਨੂੰ ਸੱਤਾ ਤੋਂ ਦੂਰ ਰੱਖਣਾ ਵੀ ਮਤਲਬ ਇੱਕ ਟਾਰਗੇਟ ਸੀ। ਤੋ ਫਿਰ 1984 ਦਾ ਜਿਹੜਾ ਸੀ ਉਹ ਵੀ ਸਾਡੀਆਂ ਦਰਦ ਸਾਡੇ ਸਾਹਮਣੇ ਸੀ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਨੈਸ਼ਨਲ ਪੱਧਰ ਤੇ ਮਤਲਬ ਅਸੀਂ ਐਨਡੀਏ ਦਾ ਹਿੱਸਾ ਬਣੇ ਸੀ। ਸੋ ਆਹ ਬਦਕਿਸਮਤੀ ਨਾਲ ਜਿਹੜਾ ਕਿਸਾਨੀ ਸੰਘਰਸ਼ ਚੱਲਿਆ, ਕਿਸਾਨੀ ਸੰਘਰਸ਼ ਦੇ ਵਿੱਚ ਜੋ ਸਾਡੀ ਰਾਏ ਸੀ, ਮਤਲਬ ਕਿ ਜਿਹੜਾ ਫੈਸਲਾ ਮੋਦੀ ਸਾਹਿਬ ਨੇ ਬਾਅਦ ਵਿੱਚ ਕੀਤਾ, ਇਹੀ ਫੈਸਲਾ ਅਸੀਂ ਉਦੋਂ ਕਰਾਉਣਾ ਚਾਹੁੰਦੇ ਸੀ, ਤੇ ਜਿਹੜਾ ਉਹਨਾਂ ਨੇ ਕਈ ਮਹੀਨਿਆਂ ਬਾਅਦ ਕੀਤਾ, ਜੇ ਉਦੋਂ ਕਰ ਦਿੰਦੇ ਸ਼ਾਇਦ ਅਸੀਂ ਐਨਡੀਏ ਤੋਂ ਬਾਹਰ ਨਾ ਹੁੰਦੇ। ਐਨਡੀਏ ਤੋਂ ਬਾਹਰ ਸਾਨੂੰ ਉਦੋਂ ਹੋਣਾ ਪਿਆ ਜਦੋਂ, ਕਿਉਂਕਿ ਕਿਸਾਨੀ ਸੰਘਰਸ਼ ਭਾਵੇਂ ਸਾਰਾ ਦੇਸ਼ ਲੜ ਰਿਹਾ ਸੀ ਪਰ ਅਗਵਾਈ ਪੰਜਾਬ ਕਰ ਰਿਹਾ ਸੀ, ਤੇ ਅਕਾਲੀ ਦਲ ਉਸ ਕਿਸਾਨੀ ਸੰਘਰਸ਼ ਦੇ ਬਾਹਰ ਨਹੀਂ ਸੀ ਰਹਿ ਸਕਦਾ, ਉਹਦੇ ਵਿਰੋਧ 'ਚ ਨਹੀਂ ਸੀ ਜਾ ਸਕਦਾ।
ਤਾਂ ਅੱਗੇ ਵਧਾਂਗੇ। ਉਧਰ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ ਕਿ ਐਨਡੀਏ ਤੇ ਇੰਡੀਆ ਗੱਠਜੋੜ ਦਾ ਹਿੱਸਾ ਨਹੀਂ ਬਣਾਂਗੇ। ਮਾਇਆਵਤੀ ਦਾ ਕਹਿਣਾ ਹੈ ਇਕੱਲੇ ਦਮ ਤੇ ਹੀ ਲੋਕ ਸਭਾ ਚੋਣ ਜਿਹੜੀ ਹੈ ਉਹ ਲੜੀ ਜਾਏਗੀ, ਤਾਂ ਲੋਕ ਸਭਾ ਚੋਣਾਂ ਦੇ ਲਈ ਕਿਸੇ ਦੇ ਨਾਲ ਗੱਠਜੋੜ ਨਹੀਂ ਹੋਏਗਾ। ਇਹ ਮਾਇਆਵਤੀ ਨੇ ਕਿਹਾ ਹੈ। ਆਗਾਮੀ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵੀ ਇਕੱਲੇ ਹੀ ਲੜਾਂਗੇ। ਅਜਿਹੇ ਵਿੱਚ ਸਵਾਲ ਹੁਣ ਕਈ ਖੜੇ ਨੇ ਔਰ ਇਹ ਸਵਾਲ ਹੈ ਕਿ ਪੰਜਾਬ ਦੇ ਵਿੱਚ ਬੀਐਸਪੀ ਤੇ ਅਕਾਲੀ ਦਲ ਦੇ ਵਿਚਾਲੇ ਅਲਾਈਅੰਸ ਹੈ ਤੇ ਹੁਣ ਮਾਇਆਵਤੀ ਦੇ ਤਾਜ਼ਾ ਬਿਆਨ ਦੇ ਮੁਤਾਬਿਕ ਸਵਾਲ ਹੈ ਕਿ ਪੰਜਾਬ 'ਚ ਅਕਾਲੀ ਦਲ ਤੇ ਬਸਪਾ ਵਿਚਾਲੇ ਗੱਠਜੋੜ ਟੁੱਟ ਗਿਆ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਹੁਣ ਸਥਿਤੀ ਕੀ ਹੈ। ਬਸਪਾ ਤਾਂ ਇਕੱਲੇ ਚੋਣ ਲੜੇਗੀ ਪਰ ਅਕਾਲੀ ਦਲ ਕਿਸ ਦੇ ਨਾਲ ਜਾਏਗਾ। ਹਾਲਾਂਕਿ ਅਜੇ ਤੱਕ ਇਹ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕਿ ਬੀਐਸਪੀ ਦੇ ਨਾਲ ਹੀ ਮਿਲ ਕੇ ਚੋਣਾਂ ਲੜੀਆਂ ਜਾਣਗੀਆਂ। ਤਾਂ ਮਾਇਆਵਤੀ ਨੇ ਟਵੀਟ ਕੀਤਾ ਹੈ ਔਰ ਲਿਖਿਆ ਹੈ ਐਨਡੀਏ ਤੇ ਇੰਡੀਆ ਦੋਵੇਂ ਹੀ ਗਰੀਬ ਵਿਰੋਧੀ ਜਾਤੀਵਾਦ ਤੇ ਪੂੰਜੀਵਾਦੀ ਵਾਲੀਆਂ ਪਾਰਟੀਆਂ ਜਿਨ੍ਹਾਂ ਦੀਆਂ ਨੀਤੀਆਂ ਦੇ ਖਿਲਾਫ ਬੀਐਸਪੀ ਲਗਾਤਾਰ ਸੰਘਰਸ਼ ਕਰ ਰਹੀ ਹੈ ਔਰ ਇਸ ਦੇ ਲਈ ਗੱਠਜੋੜ ਕਰਕੇ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਵੱਡੀ ਖਬਰ ਹੈ ਇੰਡੀਆ ਗੱਠਜੋੜ ਦੀ ਮੀਟਿੰਗ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਆਇਆ ਹੈ। ਕੇਜਰੀਵਾਲ ਨੂੰ ਪੀਐਮ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਪ੍ਰਿਯੰਕਾ ਕੱਕੜ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਪੀਐਮ ਉਮੀਦਵਾਰ ਹੋਣ। ਪੂਰੇ ਦੇਸ਼ ਦੇ ਨਾਲੋਂ ਦਿੱਲੀ 'ਚ ਸਭ ਤੋਂ ਘੱਟ ਮਹਿੰਗਾਈ ਹੈ। ਉਹਨਾਂ ਨੇ ਤਰਕ ਦਿੱਤਾ ਹੈ ਦਿੱਲੀ 'ਚ ਫ੍ਰੀ ਬਿਜਲੀ ਹੈ, ਫ੍ਰੀ ਪਾਣੀ ਹੈ, ਸਿੱਖਿਆ ਫ੍ਰੀ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਤੋਂ ਬਿਆਨ ਉਸ ਵੇਲੇ ਇਹ ਸਾਹਮਣੇ ਆਇਆ ਹੈ ਜਦੋਂ ਕੱਲ ਮੁੰਬਈ 'ਚ ਇੰਡੀਆ ਗੱਠਜੋੜ ਦੀ ਮੀਟਿੰਗ ਹੋਣ ਜਾ ਰਹੀ ਹੈ। ये भी चर्चा हो रही है कि अरविंद केजरीवाल जी जो है प्रधानमंत्री के उम्मीदवार भी हो सकते हैं। आप लोग काफ़ी मेहनत भी कर रहे हैं, ऐसे कैसे लगता है? आप मुझसे पूछेंगे तो मैं तो चाहूंगी अरविंद केजरीवाल जी हो प्रधानमंत्री के उम्मीदवार भी। और उसका तर्क है कि इतनी कमर तोड़ महंगाई में भी लगातार दिल्ली एक ऐसा राज्य है जो देश की राजधानी है, फिर भी सबसे कम महंगाई है दिल्ली में। फ्री पानी मिलता है 20,000 लीटर प्रति महीना, फ्री अच्छी शिक्षा मिलती है, फ्री बिजली मिलती है, फ्री महिलाओं को बस यात्रा मिलती है, फ्री बुजुर्गों को तीर्थ यात्रा मिलती है। और इस सब के बाद भी एक मुनाफे का बजट पेश किया जाता है और अरविंद केजरीवाल जी लगातार जनता के मुद्दे उठाते हैं, लगातार एक चैलेंजर की तरह वो उभरे हैं, देखे जा सकते हैं। प्रधानमंत्री मोदी के आगे चाहे वो उनकी डिग्री का मामला हो, चाहे वो कोई भी और मामला हो, अरविंद केजरीवाल जी ने बहुत मुखर तौर पर अपनी बात हमेशा रखी है। इस प्रकार से ये पोस्टर और बयान आने के बाद आम आदमी पार्टी भी बयान दे रही है कि प्रधानमंत्री अगर होंगे तो केजरीवाल जी होंगे। टीएमसी कह रही है कि नहीं प्रधानमंत्री होंगे तो ममता बनर्जी होंगी। नीतीश कुमार जी के साथी कहते हैं कि उनमें ही सारी क्षमताएं और क्वालिटीज है प्रधानमंत्री बनने की। इसका मतलब साफ है, इस गठबंधन का लोगो तैयार है परंतु लोगों के लिए क्या करना है कुछ तैयार नहीं है। नारा तैयार है परंतु नारे के पीछे नीति क्या है वो कोई तैयारी नहीं है। झंडा तैयार है परंतु एजेंडा तैयार नहीं है और केवल अपने करप्शन, कमीशन, फैमिली के प्रोफेशन और अपने अपने एम्बिशन को साधने के लिए ये एक माध्यम है और इसीलिए सबके एम्बिशन सामने निकल कर आ रहे हैं मुंबई की मीटिंग से पहले। उधर बीजेपी ने मनजिंदर सिरसा ਨੂੰ ਕੌਮੀ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਹੈ। ਸਿਰਸਾ ਨੇ ਕੌਮੀ ਸਕੱਤਰ ਬਣਨ ਤੇ ਪਾਰਟੀ ਦਾ ਧੰਨਵਾਦ ਕੀਤਾ ਹੈ। ਪਾਰਟੀ ਦੇ ਵਿਜ਼ਨ ਨੂੰ ਲੋਕਾਂ ਤੱਕ ਪਹੁੰਚਾਉਣਾ ਮੇਰਾ ਕੰਮ ਹੈ, ਸਿਰਸਾ ਦਾ ਇਹ ਕਹਿਣਾ ਹੈ। ਤਾਂ ਆਪਣੇ ਭਾਈਚਾਰੇ ਤੱਕ ਪਹੁੰਚਣਾ ਵੀ ਵੱਡੀ ਜ਼ਿੰਮੇਵਾਰੀ ਹੈ ਵੀ ਮਨਜਿੰਦਰ ਸਿਰਸਾ ਕਹਿ ਰਹੇ ਨੇ। ਦਸੰਬਰ 2021 ਤੋਂ ਬੀਜੇਪੀ ਦੇ ਨਾਲ जुड़े हुए ने सिरसा। पार्टी आला कमान ने एक बड़ा फैसला लिया है सिरसा साहब, कैसे देखते हैं? नहीं, बहुत मैं शुक्रगुजार हूँ देश के प्रधानमंत्री जी का, श्री नरेंद्र मोदी जी का, देश के गृह मंत्री श्री अमित शाह जी का और हमारे राष्ट्रीय अध्यक्ष माननीय JP नड्डा जी का, जिन्होंने अपनी टीम में मुझे काम करने का ये बहुत एक बड़ा मौका दिया है। मेरे को लगता है कि ये मान सम्मान जो है ये इसलिए प्राप्त हुआ मेरी नहीं, मेरी कम्युनिटी के कारण। मुझे लगता है कि उन्होंने ये जो सम्मान दिया है ये कम्युनिटी को दिया है और मुझे इस बात की भी खुशी है कि हमने एक भावना थी कि हम अपनी कम्युनिटी की बात को सिस्टम तक कैसे पहुंचाएं। तो ये एक माध्यम बना है मेरी कम्युनिटी की अपनी बात को अपनी सरकार तक पहुंचाने का। हमने देखा आपने कोविड के टाइम में भी लगातार मेहनत करी, तब आप किसी पद में नहीं थे, पार्टी में नहीं थे, DIGMC की अपने पदभार संभाल रखा था, आपने पार्टी में ज्वाइनिंग करी और बहुत लंबे समय बाद
ये जिम्मेदारी मिली है आपको, और इसका क्या विज़न जाएगा आगे, क्योंकि चुनाव नज़दीक है, ग्राउंड लेवल पर पहुंचना है, ब्लॉक लेवल पर पहुंचना है, पार्टी की योजनाओं को धरातल तक पहुंचाना है। देखिए, दो बातें हैं। एक, पार्टी के विजन को कम्युनिटी तक पहुंचाना, लोगों तक पहुंचाना, और एक प्रधानमंत्री जी का जो विजन है और जो उनकी सोच है देश के प्रति, और सबका साथ सबका विकास जो उनकी सोच है, उनके द्वारा चाहे वो सिख कम्युनिटी इन पर्टिकुलर या जन जन के लिए के उन सभी कामों को जमीन तक पहुंचाना, उनकी भावनाओं को लोगों तक पहुंचाना, ये मैं समझता हूं हम सबका एक भारतीय जनता पार्टी के कार्यकर्ता के रूप में मेरा भी फर्ज है, और हम इसको अच्छी तरह से करेंगे। और मैं खास तौर पर अगर बात करूं तो मेरा ये मानना है कि जो सिख कम्युनिटी है उसकी कहीं ना कहीं जो कनेक्ट था, जो प्रधानमंत्री का इन्हें आज आके बनाया है, इससे पहले कभी नहीं था। जिस तरह से उन्होंने डायलॉग का एक दौर शुरू किया, बातचीत का एक दौर शुरू किया, इससे पहले कभी नहीं था। तो मुझे लगता है कि मेरी कम्युनिटी तक भी मैं ये सारी बातों पहुंचा सकूं जो 75 साल में इम्पॉसिबल काम थे, चाहे वो करतारपुर के लांघे की बात हो, चाहे लाल किले पे खड़े होकर गुरु तेग बहादुर साहिब महाराज जी को याद करना हो, गुरु गोविंद सिंह पातशाह जी को पटना साहब पे पहुंचकर याद करना हो, गुरु नानक देव जी का ऐतिहासिक दिन मनाना हो, और इस तरह का 450 साल की आप देश की अलग अलग भाषाओं में उनकी आज गुरु साहब के उपदेशों का भी जो है वो ट्रांसलेशन हो चुका है 5-4 भाषाओं के अंदर, और इंटरनेशनल लेवल पे किया जा रहा है। चाहे साहिबजादों को याद करना हो, तो मुझे लगता है कि ये बातें भी देश के अपनी कम्युनिटी के लोगों तक पहुंचाना भी, ये भी हमारी बड़ी जिम्मेवारी है, और जो हम उसको